ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਵੱਲੋਂ ਸੱਜੇ ਸ਼ਖਸੀਅਤ ਉਸਾਰੀ ਕੈਂਪ 2020 ਦੇ ਅੱਜ ਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਸਦਕਾ ਅੱਜ ਅਸੀਂ 203 ਦਿਨ ਦਾ ਕੈਂਪ ਅਟੈਂਡ ਕਰ ਚੁੱਕੇ ਹਾਂ। ਅੱਜ ਕੈਂਪ ਦਾ 204 ਦਿਨ ਹੈ। ਰੋਜ਼ਾਨਾ ਦੀ ਤਰ੍ਹਾਂ ਆਓ ਕੈਂਪ ਦੀ ਸ਼ੁਰੂਆਤ ਕਰਦੇ ਹਾਂ ਜੀ ਜਾਪ ਸੇਵਾ ਦੇ ਨਾਲ। ਅੱਜ ਜਾਪ ਸੇਵਾ ਹੈ ਜੀ ਹਰਮਨਦੀਪ ਕੌਰ ਜੀ, ਸ਼ੁਭਦੀਪ ਕੌਰ ਜੀ ਅੰਮ੍ਰਿਤਸਰ ਤੋਂ। ਬੇਨਤੀ ਹੈ ਜੀ ਦੋਨਾਂ ਹੀ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ, ਹੈਂਡ ਰੇਜ਼ ਕਰ ਲਓ। ਹਰਮਨਦੀਪ ਕੌਰ ਜੀ, ਸ਼ੁਭਦੀਪ ਕੌਰ ਜੀ ਅੰਮ੍ਰਿਤਸਰ ਤੋਂ ਅਨਮਿਊਟ ਕਰ ਲਓ ਜੀ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਬੱਚਿਆਂ ਦਾ, ਸਾਰੇ ਪਰਿਵਾਰ ਦਾ, ਜਿਹੜੇ ਬੱਚੇ ਮੌਕੇ ਨੂੰ ਸੰਭਾਲਦੇ ਹੈ। ਸੋ ਬਹੁਤ ਧੰਨਵਾਦ ਕਰਦੇ ਹਾਂ ਜੀ ਬਰਨਾਲਾ ਜ਼ੋਨ ਤੋਂ ਬੱਚਿਆਂ ਦਾ। ਅੱਜ ਕਵਿਤਾ ਕਵਿਸ਼ਰੀ ਦੀ ਸੇਵਾ ਹੈ ਜੀ ਕੋਮਲਪ੍ਰੀਤ ਕੌਰ ਜੀ, EPP ਨੰਬਰ 12918 ਅੰਮ੍ਰਿਤਸਰ ਜ਼ੋਨ ਤੋਂ ਜੀ। ਬੇਨਤੀ ਹੈ ਜੀ ਅਨਮਿਊਟ ਕਰ ਲਓ ਜੀ ਆਪਣੇ ਆਪ ਨੂੰ। ਅਨਮਿਊਟ ਕਰ ਲਓ ਜੀ ਕੋਮਲਪ੍ਰੀਤ ਕੌਰ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਸਨੀ ਹਵਾਏ ਦੇਨੀ ਸੁਨੇਹਾ ਕੋਈ ਕਿਧਰ ਗਿਆ ਮੇਰਾ ਲਾਲਨੀ। देवा के जवाब कुछ देने लाल दो कड़ी मुड़ी कर दे सवाल नी। किधर गया मेरा लालनी।
हसीनी हवाएं बहूं, तेरी सुनेहा कोई किधर गया मेरा लाल चिड़का न मारे सका, चुप भी करावाना, लारे लागे वक्त गुजारे दी, जिद कर देने दो में आँख देने बार बार, गल कर जीतते जुजारे दी, मिलांगे जरूर ऐसे छुट्टी मुट्ठी हौसला दे, गली बातें रही हमें टालेनी, किधर गया मेरा लालनी, सरे सातों वक्त होंगे, सरे सातों वक्त होंगे, रहने उड़ीक देंगे, बड़े मेरे आप लंब लेंगे, आने की जरूर सानू, कर दे प्यार बड़ा, साडे तो बिना कद रहेंगे, दूरे दूरे तक रहे, पीछे मुड़े देखती सी, तुरे आते तो भी मेरे नालनी, किधर गया मेरा लालनी, थकी हारी सोंगे तो में मन बिच आस लागे, कल तक सारी मिल जावांगे, आखदी सी मिलांगे, सवेरे जद सारे आनू, रुस रुस सब सतावांगे, एक पला गल होवे, भूल गए हो छोटे, बोलना नहीं ऐसी किस नालनी, किधर गया मेरा लालनी, कड़ी मुड़ी कर दे सवालनी, किधर गया मेरा लालनी। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਬੜੇ ਭਿੱਜ ਕੇ ਬੱਚੀ ਨੇ ਕਵਿਤਾ ਪੜ੍ਹੀ ਹੈ ਜੀ, ਬਹੁਤ ਧੰਨਵਾਦ ਜੀ ਪੁੱਤਰ। ਇਸ ਤੋਂ ਅੱਗੇ ਜੀ ਬਰਨਾਲਾ ਜ਼ੋਨ ਤੋਂ ਬੱਚੇ 11255, 11256,
16177 ਗਗਨਦੀਪ ਕੌਰ ਜੀ, ਜਸਪ੍ਰੀਤ ਕੌਰ ਜੀ, ਰਮਨਦੀਪ ਕੌਰ ਜੀ, ਇਹਨਾਂ ਨੇ ਕਵਿਤਾ ਕਵਿਸ਼ਰੀ ਸਾਂਝੀ ਕਰਨੀ ਹੈ ਜੀ। ਅਨਮਿਊਟ ਕਰ ਲਓ ਜੀ ਆਪਣੇ ਆਪ ਨੂੰ। 11255। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਲੱਗੇ ਦਾਗ ਗੁਲਾਮੀ ਦੇ ਖੂਨ ਪੁੱਤਰਾਂ ਨਾ ਧੋਣਾ ਏ, ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਤੇਰੇ ਦਰ ਤੇ ਦੁਖੀਆਂ ਨੇ ਜਦੋਂ ਅਲਖ ਜਗਾਈ ਏ, ਦੁੱਖ ਝੋਲੀ ਵਿੱਚ ਪਾਲੇ ਨੇ ਜਦੋਂ ਹਿੰਦ ਕੁਰਲਾਈ ਏ, ਹੈ ਆਪ ਯਤੀਮ ਹੋਏ ਦੁੱਖ ਝੱਲਿਆ ਨਾ ਹੋਣਾ ਏ, ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਪੁੱਤਰਾਂ ਦਾ ਸੱਲ ਡਾਡਾ ਦਸ਼ਰਥ ਨਾ ਚੱਲ ਸਕਿਆ, ਛਾਲ ਮਾਰੀ ਮਹਿਲਾਂ ਤੋਂ ਛੱਡ ਵਜੂਦ ਪਾਰ ਨਸਿਆ, ਇਸ ਅਸਲ ਹਕੀਕਤ ਨੂੰ ਸੱਚ ਜਾਣੋ ਨਹੀਂ ਖੋਣਾ ਏ, ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਮੌਤ ਸੁਣ ਕੇ ਪੁੱਤਰ ਦੀ ਅਰਜਨ ਸੁੱਟ ਹਥਿਆਰ ਰੋਇਆ, ਹਾਰ ਮੰਨ ਲਈ ਉਹਦੇ ਨੇ ਕਹਿੰਦਾ ਲੁੱਟਿਆ ਮੈਂ ਮੋਇਆ, ਇਸ ਪਰਖ ਦੇ ਪਰਚੇ ਚੋਂ ਪਾਰ ਕਿਸੇ ਨੇ ਆਉਣਾ ਏ, ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਮੈਂ ਪੁੱਤਰ ਖੁਦਾ ਦਾ ਹਾਂ ਜਿਸ ਨੇ ਕਹਿਲਾਇਆ ਸੀ, ਬੰਨ ਅੱਖਾਂ ਤੇ ਪੱਟੀ ਪੁੱਤ ਬਲੀ ਚੜਾਇਆ ਸੀ, ਮੈਂ ਵੇਖ ਨਹੀਂ ਸਕਦਾ ਹੱਥੀਂ ਕਤਲ ਨਾ ਹੋਣਾ ਏ, ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਆਪ ਜੰਗ ਵੱਲ ਤੋਰੇ ਨੇ ਹੱਥੀ ਬੰਨ ਕੇ ਗਾਨੇ ਨੇ, ਵਿੱਚ ਰਣ ਦੇ ਜੂਝ ਗਏ ਅਣਖੀ ਪਰਵਾਨੇ ਨੇ, ਤੇਰਾ ਅਰਜ ਜਾ ਕੀਤਾ ਬਸ ਹੋਰ ਨਾ ਹੋਣਾ ਏ, ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਲੱਗੇ ਦਾਗ ਗੁਲਾਮੀ ਦੇ ਖੂਨ ਪੁੱਤਰਾਂ ਨਾ ਧੋਣਾ ਏ, ਧੰਨ ਪੁੱਤਰਾਂ ਦੇ ਦਾਨੀ ਵਰਗਾ ਨਾ ਜਗ ਤੇ ਹੋਣਾ ਏ, ਧੰਨ ਪਿਤਾ ਦਸ਼ਮੇਸ਼ ਜਿਹਾ ਨਾ ਜਗ ਤੇ ਹੋਣਾ ਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਦਸ਼ਮੇਸ਼ ਪਿਤਾ ਵਰਗਾ ਪਿਤਾ ਇਸ ਸੰਸਾਰ ਦੇ ਵਿੱਚ ਨਹੀਂ, ਅੱਜ ਤੱਕ ਨਾ ਹੀ ਤਾਂ ਕੋਈ ਹੋਇਆ ਹੈ ਤੇ ਨਾ ਹੀ ਕੋਈ ਹੋਵੇਗਾ, ਕਿਉਂਕਿ ਅਸੀਂ ਦੇਖਦੇ ਹਾਂ ਇੱਕ ਪਿਤਾ ਵਾਸਤੇ ਆਪਣੇ ਪੁੱਤਰ, ਆਪਣੇ ਬੱਚੇ, ਆਪਣੀ ਸੰਤਾਨ ਸਭ ਕੁਝ ਹੁੰਦਾ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਨੂੰ ਪਿੱਛੇ ਰੱਖਿਆ, ਸਾਡੇ ਉੱਤੋਂ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਸੋ ਬਹੁਤ ਬਹੁਤ ਧੰਨਵਾਦ ਜੀ ਬੱਚਿਆਂ ਦਾ। ਅੱਜ ਦਾ ਸੈਸ਼ਨ ਹੈ ਜੀ
ਸਪੋਕਨ ਇੰਗਲਿਸ਼ ਦਾ ਪ੍ਰਿੰਸੀਪਲ ਮੈਡਮ ਕੁਲਵੰਤ ਕੌਰ ਜੀ, ਉਹਨਾਂ ਨੂੰ ਬੇਨਤੀ ਹੈ ਜੀ ਜੇ ਆ ਗਏ ਤਾਂ ਹੈਂਡ ਰੇਜ਼ ਕਰ ਲੈਣ ਜੀ। ਪ੍ਰਿੰਸੀਪਲ ਮੈਡਮ ਕੁਲਵੰਤ ਕੌਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। First of all, I would like to congratulate Gagandeep Kaur, Jaspreet Kaur and Ramandeep Kaur. ਬੱਚੇ you did a commendable job. ਤੁਸੀਂ ਬਹੁਤ ਵਧੀਆ ਕਵਿਸ਼ਰੀ ਦੀ ਪਰਫਾਰਮੈਂਸ ਦਿੱਤੀ। ਹੁਣ ਅਸੀਂ ਆਪਣਾ ਸੈਸ਼ਨ ਸ਼ੁਰੂ ਕਰਨ ਲੱਗੇ ਹਾਂ। ਵੀਰ ਜੀ ਸਕਰੀਨ ਸ਼ੇਅਰ ਹੋ ਰਹੀ ਹੈ? ਹਾਂਜੀ ਭੈਣ ਜੀ ਹੋ ਰਹੀ ਹੈ ਜੀ। ਹਾਂਜੀ, ਥੈਂਕ ਯੂ ਜੀ। ਅਸੀਂ ਲਾਸਟ ਟਾਈਮ ਜੇ ਬੱਚਿਆਂ ਨੂੰ ਯਾਦ ਹੋਵੇ ਅਸੀਂ ਪੰਕਚੁਏਸ਼ਨ ਮਾਰਕਸ ਦੀ ਗੱਲ ਕੀਤੀ ਸੀ ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਪੰਕਚੁਏਸ਼ਨ ਔਰ ਕੈਪੀਟਲ ਲੈਟਰਸ ਦਾ ਕੀ ਰੋਲ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦੀ ਹਾਂ। ਆਈ ਥਿੰਕ ਉਸ ਟਾਈਮ ਤੇ ਸਾਰੇ ਬੱਚੇ ਜੁੜੇ ਹੋਏ ਨਹੀਂ ਸੀਗੇ। ਜਿਵੇਂ ਅਸੀਂ ਕਹਿੰਦੇ ਆ ਰੋਕੋ ਨਾ ਜਾਣ ਦਿਓ, ਰੋਕੋ ਨਾ ਜਾਣ ਦਿਓ, ਹੈ ਨਾ। ਤੇ ਅਗਰ ਅਸੀਂ ਕਹੀਏ ਰੋਕੋ ਨਾ ਜਾਣ ਦਿਓ ਤਾਂ ਪਹਿਲੇ ਸੈਂਟੈਂਸ ਦੇ ਵਿੱਚ ਅਸੀਂ ਲਗਾਇਆ ਰੋਕੋ ਨਾ ਜਾਣ ਦਿਓ, ਰੋਕੋ ਨਾ ਜਾਣ ਦਿਓ ਮਤਲਬ ਉਹਨੂੰ ਰੋਕੋ ਨਾ, ਤੁਸੀਂ ਨਾ ਰੋਕੋ ਉਹਨੂੰ ਚਲੇ ਜਾਣ ਦਿਓ, ਠੀਕ ਹੈ ਨਾ। ਸੈਕਿੰਡ ਦੇ ਵਿੱਚ ਅਸੀਂ ਲਗਾਇਆ ਕਿ ਰੋਕੋ, ਉਹਨੂੰ ਰੋਕ ਲਓ, ਠੀਕ ਹੈ ਨਾ। So this is the importance of pauses and punctuation marks or various stops, ਠੀਕ ਹੈ। ਇਹ ਇਹਦਾ ਇੰਪੋਰਟੈਂਸ ਹੈ ਕਿ ਅਗਰ ਅਸੀਂ ਪੰਕਚੁਏਸ਼ਨ ਮਾਰਕਸ ਠੀਕ ਤਰੀਕੇ ਨਾਲ ਨਹੀਂ ਲਗਾਵਾਂਗੇ ਤਾਂ ਸਾਡੇ ਸੈਂਟੈਂਸ ਦਾ ਮੀਨਿੰਗ ਚੇਂਜ ਹੋ ਜਾਏਗਾ, ਹੈ ਨਾ। ਸੋ ਜੋ ਪੰਕਚੁਏਸ਼ਨ ਹੈ ਉਹ ਕੀ ਹੈ? ਇਟ ਇਜ਼ ਦ ਕਰੈਕਟ ਯੂਜ਼ ਆਫ ਵੇਰੀਅਸ ਸਟਾਪਸ ਐਂਡ ਮਾਰਕਸ ਇਨ ਰਾਈਟਿੰਗ। अब बच्चे ऐसे वैसे आप गल कर रहे हैं, स्पोकन इंग्लिश की क्लास है, बट अगर असी अपनी रिटन इंग्लिश दे विच भी सही जगह ते पंक्चुएशन मार्क्स नहीं लगावांगे, सही जगह ते स्टॉप्स नहीं लगावांगे, फुल स्टॉप्स नहीं लगावांगे, क्वेश्चन मार्क नहीं लगावांगे। हुण मैं पूछा की हो रहा है, मैं तुहाडे नाल गल कीती ते मैं कहा की हो रहा है, ठीक है। मैं पूछांगी की हो रहा है मतलब कि ਤੁਹਾਨੂੰ ਜਿਹੜੀ ਟੋਨ ਹੈ ਆਪਣੀ, ਹੈ ਨਾ, ਵੌਇਸ ਮੋਡੂਲੇਸ਼ਨ ਅਸੀਂ ਜਿਹਨੂੰ ਕਹਿੰਦੇ ਆ, ਉਹਦੇ ਬਾਰੇ ਤਾਂ ਹੀ ਪਤਾ ਚੱਲੇਗਾ ਜੇ ਤੁਸੀਂ ਕਰੈਕਟ ਯੂਜ਼ੇਜ ਕਰੋਗੇ ਪੰਕਚੁਏਸ਼ਨ ਮਾਰਕਸ ਦਾ, ਠੀਕ ਹੈ। ਸੋ ਐਕਚੁਅਲੀ ਪੰਕਚੁਏਸ਼ਨ ਕੀ ਹੈ? ਇਟ ਇਜ਼ ਦ ਕਰੈਕਟ ਯੂਜ਼ ਆਫ ਵੇਰੀਅਸ ਸਟਾਪਸ ਔਰ ਮਾਰਕਸ ਇਨ ਰਾਈਟਿੰਗ। ਲਾਸਟ ਵੀਕ ਅਸੀਂ ਗੱਲ ਕੀਤੀ ਸੀ ਕਿ ਪੰਕਚੁਏਸ਼ਨ ਮਾਰਕਸ ਕਿਹੜੇ-ਕਿਹੜੇ ਹੁੰਦੇ ਆ? ਫੁੱਲ ਸਟਾਪ, ਕੁਐਸਚਨ ਮਾਰਕ या नोट ऑफ इंटेरोगेशन, exclamation mark या note of exclamation, comma, colon, semicolon, inverted commas, apostrophe and hyphen. I'm repeating this: full stop, question mark or note of interrogation, exclamation mark or note of exclamation, comma, colon, semicolon, inverted commas, apostrophe and hyphen. ये ਆਪਾਂ ਸਾਰੇ ਕਰਾਂਗੇ one by one, but ਅੱਜ ਅਸੀਂ start ਕਰ ਰਹੇ ਹਾਂ। sorry, one more is there, brackets or parenthesis. ਇਹਨੂੰ ਅਸੀਂ brackets ਜਾਂ parenthesis ਇਹਦਾ ਵੀ use ਅਸੀਂ punctuation marks ਦੇ ਵਿੱਚ ਕਰਦੇ ਹਾਂ। but ਸਭ ਤੋਂ ਪਹਿਲੇ ਜ਼ਰੂਰੀ ਹੈ ਅਸੀਂ ਦੇਖਣਾ ਹੈ ਕਿ capital letters ਅਸੀਂ ਕਿੱਥੇ ਲਗਾਉਣੇ ਆ, ਹੈ ਨਾ। ਮੰਨ ਲਓ ਤੁਹਾਨੂੰ ਆ ਗਿਆ एग्जाम ਦੇ ਵਿੱਚ ਜ਼ਰੂਰ ਆਂਦਾ ਹੈ put punctuation marks and capital letters where required, ਜਿੱਥੇ ਜ਼ਰੂਰਤ ਹੈ ਉੱਥੇ capital letters और punctuation marks ਲਗਾਓ, ਠੀਕ ਹੈ। ਸੋ ਆਪਣਾ ਟੌਪਿਕ ਇਹੀ ਹੈ। ਜਿਹੜੇ ਬੱਚਿਆਂ ਨੇ ਲਾਸਟ ਕਲਾਸ ਅਟੈਂਡ ਕੀਤੀ ਸੀ ਉਹਨਾਂ ਨੇ ਕੀਤਾ ਹੋਏਗਾ। ਆਪਾਂ ਬੜੇ ਬਰੀਫਲੀ ਪਹਿਲੇ ਲਾਸਟ ਕਲਾਸ ਵਾਲਾ ਗੋ ਥਰੂ ਹੋ ਜਾਂਦੇ ਕਿਉਂਕਿ ਬਹੁਤ ਸਾਰੇ ਬੱਚਿਆਂ ਨੇ ਉਹ ਕਲਾਸ ਅਟੈਂਡ ਨਹੀਂ ਸੀ ਕੀਤੀ। ਸੋ ਅਸੀਂ capital letters ਕਿੱਥੇ ਯੂਜ਼ ਕਰਦੇ ਆ? ਜਦੋਂ ਅਸੀਂ ਸੈਂਟੈਂਸ ਸਟਾਰਟ ਕਰਨਾ ਹੋਏ, when we begin a sentence, it was a fine day, we decided to play a match. देखो इत्थे दो sentences है ना। ਅਸੀਂ ਇਕੱਠਾ ਲਿਖਿਆ it was a fine day, we decided to play a match. So we started with this we started the sentence with a capital letter.
सो प्लीज कीप दिस थिंग इन माइंड कि ਜਦੋਂ ਅਸੀਂ ਸੈਂਟੈਂਸ ਸਟਾਰਟ ਕਰਨਾ ਹੈ ਅਸੀਂ ਉਹਨੂੰ ਕੈਪੀਟਲ ਲੈਟਰ ਨਾਲ ਸਟਾਰਟ ਕਰਨਾ ਹੈ। ਇਹ ਬਹੁਤ ਸਾਰੇ ਬੱਚਿਆਂ ਦੇ ਇੰਗਲਿਸ਼ ਦੇ ਸਿਲੇਬਸ ਦੇ ਵਿੱਚ ਵੀ ਹੈ, ठीक है। सो ये अपनी हैबिट बना लो, whenever I am going to start a sentence I have to start it with a capital letter, ठीक। सेकंड है, अगर कोई पोइट्री है ਤੁਸੀਂ ਨੋਟਿਸ ਕਰਨਾ ਆਪਣੀ ਬੁక్స్ ਵਿੱਚ ਜ਼ਰੂਰ ਦੇਖਣਾ, ਜਿਹੜੀ ਪੋਇਟਰੀ ਹੈ ਉਹਦੀ ਹਰ ਲਾਈਨ ਦਾ ਫਰਸਟ ਲੈਟਰ ਕੈਪੀਟਲ ਹੁੰਦਾ ਹੈ, ਚਾਹੇ ਪਿੱਛੇ ਫੁੱਲ ਸਟਾਪ ਹੈ ਜਾਂ ਨਹੀਂ ਹੈ, ਠੀਕ ਹੈ। So each line of poetry, it starts with a capital letter. Little drops of water, little grains of sand, make the mighty ocean and the pleasant land. So ਤੁਸੀਂ ਦੇਖੋਗੇ ਇਹ ਛੋਟੀ ਜਿਹੀ ਪੋਇਮ ਹੈ, ਇਹਦੇ ਸਾਰੇ first letter ਜਿਹੜੇ each line, ਹਰ ਇੱਕ ਲਾਈਨ ਦਾ first letter, it is starting with a capital letter. Next, to begin proper nouns. ਆਪਾਂ ਕਿਤੇ ਸੀਗੇ nouns, proper nouns ਹੁੰਦੇ ਆ ਖਾਸ ਨਾਮ। So proper nouns ਕਿਹੜੇ ਹੈ? ਕਿਸੇ ਦਾ ਵੀ ਨਾਮ, ਕਿਸੇ person ਦਾ ਨਾਮ, ਹਰੀ ਸਿੰਘ, ਸਾਹਿਬ ਕੌਰ, they will start with a capital letter. Names of places, ਕਿਸੇ city ਦਾ ਨਾਮ, country ਦਾ ਨਾਮ, continent, ਕਿਸੇ ਵੀ ਜਗ੍ਹਾ ਦਾ ਨਾਮ, ਚੰਡੀਗੜ੍ਹ, ਸ਼ਿਮਲਾ, ਦਿੱਲੀ, okay, ਇੱਕ capital letter ਨਾਮ। days of the week, Sunday, Monday, ਬੱਚੇ ਇਹ ਚੀਜ਼ ਧਿਆਨ ਰੱਖਣਾ, ਕਈ ਵਾਰ ਅਸੀਂ ਜਿਹੜੇ ਬੱਚੇ ਇੰਗਲਿਸ਼ ਦਾ ਕਈ ਵਾਰ ਸਾਡਾ ਟੈਸਟ ਹੁੰਦਾ ਹੈ ਨਾ, ਕਈ ਬੱਚੇ ਟੀਚਿੰਗ ਲਈ ਜਾ ਰਹੇ ਆ, ਆਪਣੇ ਇੰਟਰਵਿਊ ਦੇਣ ਜਾ ਰਹੇ ਆ, ਉੱਥੇ ਉਹਨਾਂ ਦਾ ਕੋਈ ਰਿਟਨ ਟੈਸਟ ਹੋ ਗਿਆ ਇੰਗਲਿਸ਼ ਦਾ, ਉਹਨਾਂ ਨੇ ਤੁਹਾਨੂੰ ਕਿਹਾ ਕਿ ਡੇਜ਼ ਆਫ ਦ ਵੀਕ ਲਿਖੋ, ਠੀਕ ਹੈ। ਸੋ ਇਟ ਮੇਕਸ ਅ ਬੈਡ ਇੰਪ੍ਰੈਸ਼ਨ ਅਗਰ ਤੁਸੀਂ ਇਹ ਸਭ ਚੀਜ਼ਾਂ ਜਿਹੜੇ ਪ੍ਰੋਪਰ ਨਾउन्स ਹੈ ਅਗਰ ਇਹਨਾਂ ਨੂੰ ਤੁਸੀਂ ਸਮਾਲ ਲੈਟਰ ਨਾਲ ਸਟਾਰਟ ਕਰੋਗੇ ਨਾ, so it leaves a bad impression, ठीक है। so ਇਹ ਧਿਆਨ ਰੱਖੋ ਅਸੀਂ ਕਿਦੇ ਕਿਦੇ ਨਾਲ ਕੈਪੀਟਲ ਲੈਟਰ ਲਗਾਣਾ ਹੈ। months of the year, January, February, so 12 months of the year, ਤੁਸੀਂ ਜਦੋਂ ਵੀ months of the year ਲਿਖਣੇ ਆ ਤੁਸੀਂ ਉਹਨੂੰ ਕੈਪੀਟਲ ਲੈਟਰ ਨਾਲ ਸਟਾਰਟ ਕਰੋਗੇ, ਠੀਕ। names of the books, ਕਿਤਾਬਾਂ ਦੇ ਨਾਮ, okay, the Guru Granth Sahib, the Gita, so you have to start these with capital letters. start करना है, सारा नहीं, start with a capital letter, the word जेड़ा start होएगा, ठीक है। now very important, names of newspapers, newspapers ਦੇ ਨਾਮ, the Tribune, the Indian Express, so ਇਹਨਾਂ ਦੇ ਨਾਮ ਵੀ first letter ਜਿਹੜਾ ਹੈ it will be a capital letter. names of schools, Guru Nanak High School, so देखोगे तुसी each letter of the word is starting with capital letter. names of colleges, GTB College, Amritsar, so notice करो college ਦਾ ਪੂਰਾ ਨਾਮ GTBCA, ਇਹ ਸਾਰੇ capital letter ਨਾਲ start ਹੋ ਰਹੇ ਹੈ ਨਾ। next, names of rivers, the Ganga, the Yamuna, the Ravi, जिन्ने भी rivers ਦੇ names हैं वो capital letters ਨਾਲ start होंगे, okay। next is names of mountains, ਜਿਹੜੀ पर्वत ने है ना, हिमालय है, शिवालिक है, the Himalayas, the शिवालिक, ठीक है। so H capital, S capital. names of oceans, oceans ਹੁੰਦੇ ਆ महासागर, the Indian Ocean, the Atlantic Ocean, है ना, ये Atlantic Ocean है, हिंद महासागर, अंध महासागर, प्रशांत महासागर, जिन्होंने ਅਸੀਂ है ना पंजाबी ਵਿੱਚ ਕਹਿੰਦੇ ਆ, the Indian Ocean, the Atlantic Ocean, the Arctic Ocean, the Pacific Ocean, so ਇਸ ਜਿੰਨੇ ਵੀ oceans ਦੇ ਨਾਮ ਹੈ, ਮਹਾਸਾਗਰਾਂ ਦੇ ਨਾਮ ਹੈ, ਇਹ ਵੀ capital ਤੋਂ start ਹੋਣਗੇ। again, names of countries, India, England, America, ਕਿਸੇ ਵੀ ਕੰਟਰੀ ਦਾ ਨਾਮ ਹੈ ਉਹ ਸਟਾਰਟ ਹੋਏਗਾ ਕੈਪੀਟਲ ਲੈਟਰ ਦੇ ਨਾਲ। ਨੇਮਸ ਆਫ ਨੈਸ਼ਨੈਲਿਟੀ, ਨੈਸ਼ਨੈਲਿਟੀ ਮਤਲਬ ਇੰਡੀਆ ਦਾ ਰਹਿਣ ਵਾਲਾ ਇੰਡੀਅਨ ਹੈ ਨਾ, ਰਾਸ਼ਟਰੀਅਤਾ ਜਿਹਨੂੰ ਅਸੀਂ ਕਹਿੰਦੇ ਆ, ਬ੍ਰਿਟਨ ਦਾ ਰਹਿਣ ਵਾਲਾ ਬ੍ਰਿਟਿਸ਼ਰ, ਅਮਰੀਕਾ ਦਾ ਰਹਿਣ ਵਾਲਾ ਅਮਰੀਕਨ, ਸੋ ਉਹਦੀ ਨੈਸ਼ਨੈਲਿਟੀ ਨੂੰ ਵੀ ਸਾਨੂੰ ਕੈਪੀਟਲ ਲੈਟਰ ਨਾਲ ਹੀ ਲਿਖਣਾ ਹੈ। ਗॉट ਇਟ। ਨੇਮਸ ਆਫ ਹਿਸਟੋਰੀਕਲ ਬਿਲਡਿੰਗਸ, ਦ ਤਾਜ ਮਹਿਲ, ਓਕੇ, the Red Fort, Taj Mahal, ठीक है। so Taj Mahal da T capital, M capital, okay। then names of festivals,
गुरपुरब, दिवाली, क्रिसमस, सो ए फेस्टिवल्स दे नाम भी कैपिटल लेटर्स तो स्टार्ट होंगे। नेम्स ऑफ पॉलिटिकल पार्टीज, राजनीतिक पार्टियां दे नाम, इंडियन नेशनल कांग्रेस INC, ठीक है, आप, आम आदमी पार्टी, सो दे विल आल्सो स्टार्ट विद अ कैपिटल लेटर। The names of languages, पंजाबी, इंग्लिश, हिंदी, सो ये भी स्टार्ट होंगे कैपिटल लेटर तो। ओके ओके, ये ਅਸੀਂ ਲਾਸਟ ਵੀਕ ਕੀਤਾ ਸੀ। to begin all the important words in a heading, ਮੰਨ ਲਓ ਤੁਸੀਂ ਕੋਈ ਹੈਡਿੰਗ ਪਾ ਰਹੇ ਹੋ, ਬਹੁਤ ਸਾਰੇ ਬੱਚੇ ਕੁਐਸਚਨ ਕਰਦੇ ਹੁੰਦੇ ਆ, ਤੁਸੀਂ ਕੋਈ ਹੈਡਿੰਗ ਲਿਖ ਰਹੇ ਹੋ, ਹੈ ਨਾ, ਤੁਸੀਂ ਐਸੇ ਲਿਖਿਆ ਜਾਂ ਛੋਟਾ ਜਿਹਾ ਕੋਈ ਪੈਰਾਗ੍ਰਾਫ ਲਿਖਿਆ, a journey by train, ਸੋ ਇਹਦੇ ਸਾਰੇ ਇੰਪੋਰਟੈਂਟ ਵਰਡਸ ਮਤਲਬ ਜਿਵੇਂ ਤੁਸੀਂ and, by, of, ਇਹ ਤੁਸੀਂ ਨਹੀਂ ਲਿਖੋਗੇ। ਦੇਖੋ the fox and the crow, ਸੋ ਇਹਦੇ ਵਿੱਚ fox फर्स्ट तो कैपिटल आएगा ही आएगा, T, फॉक्स और क्रो कैपिटल आएगा, और जेडे इंपॉर्टेंट वर्ड्स हैं जिवें अ जर्नी बाय ट्रेन, तो अ तो कैपिटल आना ही आना है, जर्नी जे कैपिटल, और जेडे विच है ना बाय, ऑफ, टू, इनू छड्ड के बाकी सारे लेटर्स जेडे है ना वो कैपिटल ना लाएंगे, सारे वर्ड से फर्स्ट लेटर कैपिटल आएंगे, ठीक है। नेक्स्ट इज टू राइट इंपॉर्टेंट डेजिग्नेशन। डेजिग्नेशन ਹੁੰਦਾ ਪਦਵੀਆਂ, ਡੈਜ਼ਿਗਨੇਸ਼ਨ ਹੁੰਦਾ ਤੁਹਾਡੀ ਕੀ ਪਦਵੀ ਹੈ, ਜਿਵੇਂ ਅਸੀਂ ਕਹਿੰਦੇ ਆ ਕੋਈ ਕਹਿੰਦਾ ਕਿ ਮੈਂ ਫਲਾਣੇ ਆਫਿਸ ਵਿੱਚ ਕੰਮ ਕਰਦਾ, ਤੇ ਅਸੀਂ ਕਹਿੰਦੇ ਆ ਕਿ ਤੁਹਾਡਾ ਉੱਥੇ ਕੀ ਡੈਜ਼ਿਗਨੇਸ਼ਨ ਹੈ, ਕੀ ਰੁਤਬਾ ਹੈ, ਕੀ ਪਦਵੀ ਹੈ, ਠੀਕ ਹੈ। ਲਾਈਕ ਪ੍ਰਿੰਸੀਪਲ, ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਅਗਰ ਇੰਪੋਰਟੈਂਟ ਪਦਵੀਆਂ ਨੇ, ਰੁਤਬੇ ਨੇ, ਇਹਨਾਂ ਨੂੰ ਵੀ ਅਸੀਂ ਕੈਪੀਟਲ ਲੈਟਰ ਨਾਲ ਹੀ ਉਸ ਵਰਡ ਨੂੰ ਸਟਾਰਟ ਕਰਾਂਗੇ। ਜਿਵੇਂ ਅਸੀਂ ਕਿਹਾ he is our honorable prime minister, ਤਾਂ ਅਸੀਂ prime minister ਦੇ ਵਿੱਚ P and M we will write in capital letters. Next, very important, ਮੈਂ ਬਹੁਤ ਸਾਰੇ ਬੱਚੇ ਜਿਹੜੇ ਮੈਨੂੰ ਐਪਲੀਕੇਸ਼ਨਸ ਲਿਖਦੇ ਆ ਤੇ ਉਹਦੇ ਵਿੱਚ ਇੱਕ ਉਹ ਬਹੁਤ ਵੱਡੀ ਮਿਸਟੇਕ ਕਰਦੇ ਆ, ਜਦੋਂ ਲਿਖਦੇ ਨਾ I, ਲਾਈਕ ਮੈਂ ਕਿਹਾ I want a leave for today, ਸੋ ਉਹਦੇ ਵਿੱਚ ਉਹ I ਜਿਹੜਾ ਹੈ ਨਾ ਉਹ ਸਮਾਲ ਪਾ ਦਿੰਦੇ ਆ, ठीक है। टू राइट द प्रोनाउन आई, जेड़ा आई लिखना है ना वो हमेशा कैपिटल नाल लिखना है। जिवें मैं क्या आई वाज गोइंग, ये तो फर्स्ट लेटर है तो तुसी ऑफ कोर्स कैपिटल लिखोगे ही, है ना। जिवें ਅਸੀਂ क्या ही एंड आई, जिवें जीत एंड आई वेंट टू द मार्केट, हुण ਇੱਥੇ आई तुसी स्मॉल नहीं पाओगे, जीत और मैं मार्केट गए, so you will never put I in small letter, I हमेशा कैपिटल च पाना है, चाहे वो सेंटेंस के विच आवे या जिथे मर्जी आवे, ठीक है। एंड द इंटरजेक्शंस O and O, इंटरजेक्शंस ਹੁੰਦੀਆਂ ਨੇ ਜਦੋਂ ਅਸੀਂ ਕਹਿੰਦੇ ਆ ਹੁर्रा, ਅਲਾਸ, O, ਇਹ ਕੀ ਹੈ, ਇੰਟਰਜੈਕਸ਼ਨਸ ਹੈ। ਇਹ ਅਸੀਂ ਸ਼ੁਰੂ ਚ ਕੀਤੀਆਂ ਸੀ ਜਦੋਂ ਮੈਂ ਤੁਹਾਨੂੰ ਪਾਰਟਸ ਆਫ ਸਪੀਚ ਦੱਸੇ ਸੀਗੇ, ਜਦੋਂ ਆਪਣਾ ਕੈਂਪ ਸਟਾਰਟ ਹੋਇਆ ਸੀਗਾ ਇੰਗਲਿਸ਼ ਕਲਾਸ ਦਾ। सो इंटरजेक्शंस जिवें सेव मी, ओ लॉर्ड, ओ भी हो सकता है या ओह भी हो सकता है, ओ रब्बा मैनू बचा ले, है ना। सो व्हेनेवर वी पुट ओ ता इट विल बी अ कैपिटल लेटर, ओके। सो जदों तुसी ओ इंटरजेक्शन पाओगे या ओह पाओगे, जिवें तुसी क्या ओ माय गॉड, ता तुसी ओनू ओ नू जेड़ा है कैपिटल लेटर च लिखोगे, ठीक है। Next, to write all pronouns which stand for God, ਉਹ ਵਾਲੇ pronoun ਜਿਹੜੇ God ਲਈ use ਹੋਏ हैं, ठीक है, ਜਿਹੜੇ God ਲਈ use ਹੋਏ हैं। ਜਿਵੇਂ ਅਸੀਂ ਕਿਹਾ he will help me, of course he will help me, ਉਹ ਮੇਰੀ help ਕਰੇਗਾ, ठीक है। ਅਗਰ ਅਸੀਂ he God ਲਈ use ਕੀਤਾ ਨਾ ਕਿ he is going to help me, ਤਾਂ ਉੱਥੇ ਅਸੀਂ H capital ਰੱਖਾਂਗੇ, ठीक है। जो ਅਸੀਂ गॉड ਲਈ यूज करते हैं ना कोई भी प्रोनाउन, फॉर एग्जांपल ओ लॉर्ड, ਉਹ ਤਾਂ ਅਸੀਂ ਹੁਣੇ ਗੱਲ ਕੀਤੀ, लॉर्ड इज रब, तो रब ਲਈ ਅਸੀਂ L कैपिटल ਲਿਖਾਂਗੇ। thou art great, thou मतलब ਤੁਹਾਡੀ, ਵੈਸੇ thou मतलब you ਵੀ ਹੁੰਦਾ ਹੈ, your ਵੀ ਹੁੰਦਾ ਹੈ। thou art great मतलब ਤੇਰੀ ਬਣਾਈ ਹੋਈ ਜਿਹੜੀ
आर्ट है या जो तू बनाया है ना वो बहुत महान है ना। सो दाओ THO या असी यू कहना है रब नू तो असी ओदा Y कैपिटल रखांगे, असी ही कहना है तो ही दा H कैपिटल रखांगे। सो सारे प्रोनाउंस जेडे गॉड ले यूज किए जाते हैं, रब ले यूज किए जाते हैं, ओदे विच असी ओदा लेटर फर्स्ट जेड़ा है कैपिटल पावांगे। जिवें है ना कि आई ट्रस्ट हिम, अगर मैं हिम क्या है रब लई भी मैनू उस ते विश्वास है, आई ट्रस्ट हिम, तो हिम दा H जेड़ा है it will be a capital letter. गुरप्रीत कौर तुसी थोड़ी देर ਲਈ अपना वीडियो ऑफ कर दो बच्चे, it is disturbing me. Then to write abbreviations. Abbreviations ਹੁੰਦੇ हैं ਜਦੋਂ ਅਸੀਂ short form ਲਿਖਦੇ ਹਾਂ, है ना, ਜਿਵੇਂ ਅਸੀਂ ਕਿਹਾ PM, AM, PM ਅਸੀਂ ਲਿਖਿਆ ਪ੍ਰਾਈਮ ਮਿਨਿਸਟਰ ਲਈ, ਠੀਕ ਹੈ, GPO जनरल पोस्ट ऑफिस, ਤਾਂ ਅਸੀਂ ਉਹਦਾ ਫਰਸਟ ਲੈਟਰ ਕੈਪੀਟਲ ਰੱਖਾਂਗੇ, ਜਿਵੇਂ BA, MA, MLA, MP, ਸੋ ਇਹ ਸਾਰੇ ਅਸੀਂ ਕੈਪੀਟਲ ਲੈਟਰ ਚ ਲਿਖਾਂਗੇ, ਹੈ ਨਾ, ਵੀ BA ਕੀਤੀ ਹੋਈ ਹੈ, ਸੋ B ਕੈਪੀਟਲ, A ਕੈਪੀਟਲ, M ਕੈਪੀਟਲ, A ਕੈਪੀਟਲ, MLA, MP, GPO, IST, PTO, ਇਹ ਸਾਰੇ ਐਬਰੀਵੀਏਸ਼ਨਸ ਜੋ ਅਸੀਂ ਸ਼ਾਰਟ ਫਾਰਮ ਦੇ ਵਿੱਚ ਰੱਖਦੇ ਹਾਂ ਨਾ, PTO ਅਸੀਂ ਕਹਿੰਦੇ ਹਾਂ, STD, PCO, ये सारे कैपिटल लेटर दे विच आने। नेक्स्ट है फुल स्टॉप, क्वेश्चन मार्क एंड एक्सक्लेमेशन मार्क। फुल स्टॉप कोई ये तो असी गल कीती कि कैपिटल लेटर ऐसे किथे यूज करते हैं, सो विल डू इन ब्रीफ कि ऐसे फुल स्टॉप, क्वेश्चन मार्क और एक्सक्लेमेशन मार्क किथे यूज करते हैं, है ना। सो ये तो सारे नू पता होएगा कि फुल स्टॉप असी किथे यूज करते हैं जदों at the end of a statement, कोई statement समाप्त हो गई, कोई sentence खत्म हो गया, she is an intelligent girl, full stop, India is our motherland, full stop। अजकल तुसी बच्चे नोटिस करना इनिशियल लेवल ते ਜਦੋਂ ਛੋਟੀਆਂ ਕਲਾਸਾਂ ਹੁੰਦੀਆਂ ਉੱਥੇ ਜਦੋਂ ਬੱਚਿਆਂ ਨੂੰ ਯਾਦ ਕਰਵਾਇਆ ਜਾਂਦਾ ਹੈ ਨਾ, ਉਹਨਾਂ ਨੂੰ ਫੁੱਲ ਸਟਾਪ ਨਾਲ ਬੁਲਵਾਇਆ ਜਾਂਦਾ ਹੈ, so that they can keep in mind where to put full stop। ਉਹਨਾਂ ਨੂੰ ਇਸ ਤਰ੍ਹਾਂ ਯਾਦ ਕਰਵਾਇਆ ਜਾਂਦਾ ਹੈ, she is an intelligent girl, full stop, India is our motherland, full stop। ਉਹਦੇ ਨਾਲ ਉਹਨਾਂ ਨੂੰ ਯਾਦ ਰਹਿੰਦਾ ਹੈ ਕਿ ਇੱਥੇ ਫੁੱਲ ਸਟਾਪ ਪਾਣਾ ਹੈ, ਤਾਂ gradually it becomes their habit, ਠੀਕ ਹੈ। ਫੁੱਲ ਸਟਾਪ ਜਦੋਂ sentence ਖਤਮ ਹੋ ਜਾਏ। नेक्स्ट है इनडायरेक्ट क्वेश्चन, ਜਦੋਂ ਕੋਈ क्वेश्चन इनडायरेक्टली पूछा जाता है, ਜਿਵੇਂ I asked him whether he needed any money, मैं ਉਹਨੂੰ ਪੁੱਛਿਆ ਕਿ ਕੀ ਉਹਨੂੰ ਪੈਸੇ ਦੀ ਜ਼ਰੂਰਤ ਹੈ, ਮੈਂ ਇਦਾਂ ਨਹੀਂ ਲਿਖਿਆ I asked him inverted comma do you need some money, ਅਸੀਂ ਉਹਨਾਂ ਨੂੰ ਡਾਇਰੈਕਟ ਕੁਐਸਚਨ ਨਹੀਂ ਪੁੱਛਿਆ, ਇਨਡਾਇਰੈਕਟ ਪੁੱਛਿਆ, ਮੈਂ ਉਸਨੂੰ ਪੁੱਛਿਆ ਕਿ ਕੀ ਉਸਨੂੰ ਪੈਸੇ ਦੀ ਜ਼ਰੂਰਤ ਹੈ, ਫਿਰ ਲਾਸਟ ਵਿੱਚ ਕੁਐਸਚਨ ਮਾਰਕ ਨਹੀਂ ਲੱਗੇਗਾ, फुल स्टॉप लगेगा। ये याद रखना, जिन्हां बच्चे ने नरेशन की है उन्हां नूं ये बहुत क्लीयर होएगा कि जदों असी सेंटेंस नूं इंटरोगेटिव सेंटेंस दी नरेशन चेंज करते हाँ तो लास्ट विच असी क्वेश्चन मार्क नहीं पाते, फुल स्टॉप पाते, है ना। द बॉय इंक्वायर्ड ऑफ द टीचर इफ देयर वाज अ हॉलीडे द नेक्स्ट डे, तो इत्थे है क्वेश्चन है बट इनडायरेक्ट है, सो इहदे पिछे भी असी फुल स्टॉप पावांगे। आफ्टर इनिशियल्स, इनिशियल्स ਹੁੰਦੇ ਜਦੋਂ ਅਸੀਂ ਛੋਟਾ ਕਰਕੇ ਕਰ, ਜਿਵੇਂ ਅਸੀਂ ਆਪਣੇ ਨਾਮ ਦੇ ਪਹਿਲੇ ਅੱਖਰ ਲਿਖਦੇ ਹਾਂ, ਜਿਵੇਂ ਮਿਸਟਰ SK ਸ਼ਰਮਾ ਇਜ਼ ਆਵਰ ਪ੍ਰਿੰਸੀਪਲ, ਸੋ S ਦੇ ਨਾਲ ਫੁੱਲ ਸਟਾਪ ਲੱਗਿਆ ਹੈ, K ਨਾਲ ਫੁੱਲ ਸਟਾਪ ਲੱਗਿਆ ਹੈ, he is BA B.Ed, B full stop, A full stop, B full stop, Ed full stop। so one important thing here, a full stop is not used after Mr, Mrs and Doctor। ਇਹ ਤੁਸੀਂ ਨੋਟ ਕਰ ਲਓ, ਮਿਸਟਰ, ਮਿਸਿਸ ਔਰ ਡਾਕਟਰ ਦੇ ਵਿੱਚ ਫੁੱਲ ਸਟਾਪ ਨਹੀਂ ਲਗਾਇਆ ਜਾਂਦਾ, ਠੀਕ। then a question mark is used after a question, question ਖਤਮ ਹੋਇਆ, question mark, how are you, where do you live, question mark। then an exclamation mark is used, exclamation mark ਜਿਹਨੂੰ ਅਸੀਂ ਜਿਹੜਾ exclamation, sign of exclamation ਅਸੀਂ ਕੀਤਾ ਸੀ ਨਾ, note of exclamation, what a lovely day। ਜਦੋਂ ਤੁਸੀਂ ਵਿਸਮय ਆਦि ਸੈਂਟੈਂਸ ਬੋਲਦੇ ਹੋ, ਹੈ ਨਾ, ਵਿਸਮय ਆਦि ਬੋਧਕ ਜਿਹੜਾ ਹੈ ਤੁਸੀਂ ਸੈਂਟੈਂਸ ਬੋਲਦੇ ਹੋ, what a lovely day, how beautiful the stars are, ਇਹਦੇ ਪਿੱਛੇ ਤੁਸੀਂ note of exclamation ਲਗਾਉਂਦੇ ਹੋ,
आफ्टर एन ऑप्टेटिव सेंटेंस, ऑप्टेटिव हुंदा जिहदे विच तुसी कोई विश मंगी हुंदी है, मे यू लिव लॉन्ग, रब करे तुहाडी उम्र लंबी होवे, मे गॉड ब्लेस यू, रब तुहानू ब्लेस करे, ता लास्ट विच नोट ऑफ एक्सक्लेमेशन। और उस तो बाद इंटरजैक्शन तो बाद, इंटरजैक्शन में हुणे गल कीती सी, अलास, हुर्रा, ओह, इन्हां नू असीं इंटरजैक्शंस कहने आ। हुर्रा, exclamation, we have won the match. Alas, alas ਹੁੰਦਾ अफसोस, his wife is dead. So alas तो बाद भी note of exclamation लगेगा, ठीक है? So this was all for today. ਜਿਹਦੇ ਵਿੱਚ ਅਸੀਂ punctuation marks ਦੀ ਗੱਲ ਕੀਤੀ, ਥੋੜੇ ਜਿਹੇ ਹੋ ਰਹਿ ਗਏ, we will do in next class. So we are going to do proverb of the day, which is never judge a book by its cover. ਤੁਸੀਂ ਸੋਚੋ ਇਹਨੂੰ, ਇਹਦਾ ਕੀ ਮੀਨਿੰਗ ਹੋਏਗਾ ਕਿ ਕਦੇ ਵੀ ਕਿਸੇ ਕਿਤਾਬ ਨੂੰ ਉਸਦੇ ਕਵਰ ਤੋਂ ਨਹੀਂ ਜੱਜ ਕਰਨਾ ਚਾਹੀਦਾ। ਮੰਨ ਲਓ ਕੋਈ ਕਿਤਾਬ ਹੈ ਤੇ ਉਸਦਾ ਕਵਰ ਫਟਿਆ ਹੋਇਆ ਹੈ ਜਾਂ ਪੁਰਾਣਾ ਹੈ ਤੇ ਅਸੀਂ ਜੱਜ ਕਰ ਲਈਏ ਕਿ ਇਹ ਬੁੱਕ ਤਾਂ ਬੇਕਾਰ ਹੀ ਹੈ ਨਾ, ਉਸ ਕਿਤਾਬ ਨੂੰ ਤਾਂ ਪਤਾ ਚੱਲੇਗਾ ਕਿ ਕਿੱਦਾਂ ਦੀ ਹੈ ਜਦੋਂ ਅਸੀਂ ਉਹਨੂੰ ਰੀਡ ਕਰਾਂਗੇ, ਠੀਕ ਹੈ ਨਾ। ਸੋ ਨੈਵਰ ਜੱਜ ਅ ਬੁੱਕ। ਇਸੇ ਤਰ੍ਹਾਂ ਹੀ ਅਸੀਂ ਕਈ ਵਾਰ ਕਿਸੇ ਦੀ ਪਰਸਨੈਲਿਟੀ ਨੂੰ ਉਹਦੇ ਆਊਟਲੁਕਸ ਨਾਲ ਜੱਜ ਕਰਦੇ ਹਾਂ, ਠੀਕ ਹੈ, ਕਿ ਇਹ ਬੰਦਾ ਇਸ ਤਰ੍ਹਾਂ ਦਾ ਹੀ ਹੋਏਗਾ। ਸੋ ਜਦੋਂ ਤੱਕ ਅਸੀਂ ਉਸ ਨੂੰ ਪੜ੍ਹਦੇ ਨਹੀਂ ਨਾ, ਤਾਂ ਅਸੀਂ ਬੁੱਕ ਨੂੰ ਜੱਜ ਨਹੀਂ ਕਰ ਸਕਦੇ ਕਿ ਬੁੱਕ ਕਿਸ ਤਰ੍ਹਾਂ ਦੀ ਹੈ, ਠੀਕ ਹੈ। ਸੋ ਕਿਤਾਬ ਦਾ ਮੁਲਾਂਕਣ ਉਸਦੀ ਜਿਲਦ ਤੋਂ ਨਾ ਕਰੋ। ਨੈਵਰ ਜੱਜ ਅ ਬੁੱਕ ਬਾਈ ਇਟਸ ਕਵਰ। So this was all for today. Thank you so much for having me in the class. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਪ੍ਰਿੰਸੀਪਲ ਕੁਲਵੰਤ ਕੌਰ ਜੀ ਦਾ। ਸੋ ਅੱਜ ਸਾਰੇ ਬੱਚਿਆਂ ਨੂੰ ਪਤਾ ਹੈ ਜੀ 31 ਦਸੰਬਰ ਅੱਜ ਗੁਰੂ ਨਾਨਕ ਦੇਵ ਜੀ ਸਵਾਲ ਜਵਾਬ ਮੁਕਾਬਲੇ ਜੋ ਆਪਾਂ ਸਾਰੇ ਪਿਛਲੇ 2 ਮਹੀਨੇ ਦੇ ਕਰੀਬ ਸਮੇਂ ਤੋਂ ਤਿਆਰੀ ਕਰ ਰਹੇ ਹਾਂ, ਤੇ ਅੱਜ ਸਾਰੇ ਬੱਚਿਆਂ ਦਾ ਕੰਪੀਟੀਸ਼ਨ ਹੈ ਜੀ। ਸਾਰੇ ਬੱਚਿਆਂ ਦਾ ਗਰੁੱਪ ਦੇ ਅਕੋਰਡਿੰਗ ਟਾਈਮ ਦਿੱਤਾ ਹੋਇਆ ਹੈ। ਸੋ ਬੇਨਤੀ ਹੈ ਜੀ, ਅੱਜ ਦੇ ਕੈਂਪ ਦੀ ਸਮਾਪਤੀ ਇੱਥੇ ਕਰਦੇ ਹਾਂ ਤੇ ਸਾਰੇ ਬੱਚਿਆਂ ਨੇ ਸਮੇਂ ਸਿਰ ਜੋ ਤੁਹਾਨੂੰ ਲਿੰਕ ਭੇਜਿਆ ਗਿਆ ਜੀ, ਉਸ ਲਿੰਕ ਨੂੰ ਓਪਨ ਕਰਨਾ ਹੈ ਤੇ ਜਿਹੜਾ ਟਾਈਮ ਦਿੱਤਾ ਹੈ ਉਸ ਟਾਈਮ ਤੇ ਉਹ ਲਿੰਕ ਓਪਨ ਹੋਏਗਾ ਜੀ। ਸੋ ਇਸ ਕਰਕੇ ਸਾਰੇ ਹੀ ਆਪਾਂ ਸਮੇਂ ਦਾ ਧਿਆਨ ਰੱਖੀਏ ਜੀ। ਜੋ ਜੋ ਸਮਾਂ ਆਪਾਂ ਨੂੰ ਮਿਲਿਆ ਹੈ ਉਸ ਸਮੇਂ ਤੇ ਆਪੋ ਆਪਣਾ ਲਿੰਕ ਓਪਨ ਕਰੀਏ ਜੀ। ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਹੈ ਜੀ। ਕੱਲ੍ਹ ਨੂੰ ਇਸੇ ਤਰ੍ਹਾਂ ਦੇ ਨਾਲ ਆਪਾਂ ਫਿਰ ਜੁੜਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੋ ਕਿ ਮੁੱਖ ਸੇਵਾਦਾਰ ਹਨ ਗੁਰੂ ਨਾਨਕ ਮਲਟੀਵਰਸਿਟੀ ਐਜੂਕੇਟ ਪੰਜਾਬ ਪ੍ਰੋਜੈਕਟ, ਸਾਰਿਆਂ ਨੂੰ ਪ੍ਰੇਰਨਾ ਕਰ ਰਹੇ ਹਨ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਜੀ, ਜਿਨ੍ਹਾਂ ਨੇ ਕਵਿਤਾ ਜਾਂ ਕਵਿਸ਼ਰੀ ਦੀ ਸੇਵਾ ਲੈਣੀ ਹੈ, ਜਾਪ ਦੀ ਸੇਵਾ ਲੈਣੀ ਹੈ, ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੈਣ ਜੀ। ਸਕਰੀਨ ਸ਼ੇਅਰ ਕਰ ਦਿਓ ਜੀ। ਸੋ ਇਸ ਕਰਕੇ ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਕਰ ਰਹੇ ਹਾਂ ਜੀ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।